प्रभु यीशु मसीह के नाम से जो सारे विश्वास हाजिर हालेलुया हालेलुया तेरे प्रभु सारे जय मसीह प्रभु ਦੇ ਵਚਨ ਦੇ ਵਿੱਚੋਂ ਅੱਜ ਕੋ ਸਿੱਖਾਂਗੇ ਆਪਾਂ ਸਿੱਖਣਾ ਕੀ ਆ ਅਸੀਂ ਅੱਜ ਜੋ ਅੱਜ ਦਾ ਮੇਰਾ ਟੌਪਿਕ ਹੈ ਉਹ ਇਹ ਆ ਕਿ ਇੱਕ ਅਜਿਹੀ ਕੌਮ ਵੀ ਸੀ ਪਰਮੇਸ਼ਵਰ ਦੇ ਉਸ ਰਾਜ ਦੇ ਵਿੱਚ ਜਦੋਂ ਸਾਡਾ परमेश्वर कल्ला यहोवा कहांदा सी हालेलुया हालेलुया उस टाइम दे विच एक अजिही कौम भी सीगी जिसने परमेश्वर दी नाफरमानी करके भी बरकत पाई हालेलुया हालेलुया जिसने परमेश्वर दी ना सुन के भी बरकत पाई हालेलुया मैं ये नहीं कह रहा कि तुसी परमेश्वर दी ना सुनो हालेलुया वो टाइम होर सीगा होर क्यों सीगा क्योंकि परमेश्वर साडे लई अज दे दिन जो असीं परमेश्वर दा वचन सीख रहे हां समझ रहे हैं और जो परमेश्वर ਦੇ ਵਿੱਚ ਚੱਲ ਰਹੇ हैं कि ਇੱਕ ਸਾਡੇ ਲਈ ਨਮੂਨਾ ਠਹਿਰਾ ਸਕੇ ਹਾਲੇਲੂਇਆ ਯਿਰਮੀਆ ਦੀ ਕਿਤਾਬ 35 ਅਧਿਆਇ ਦੇ ਵਿੱਚ ਆਪਾਂ ਪੜਾਂਗੇ ਹਾਲੇਲੂਇਆ ਇੱਥੇ ਕੀ ਆ ਕਿ ਰੇਕਾਬੀਆਂ ਦਾ ਨਮੂਨਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਇਆ ਕਿ ਰੇਕਾਬੀ ਕੌਣ ਨੇ ਹਾਲੇਲੂਇਆ ਹਾਲੇਲੂਇਆ ਪਰ ਸਾਨੂੰ ਵਚਨ ਦੇ ਵਿੱਚੋਂ ਪੜ੍ਹ ਕੇ ਹੀ ਪਤਾ ਲੱਗੇਗਾ ਕਿ ਰੇਕਾਬੀਆਂ ਬਾਰੇ ਪਰਮੇਸ਼ਰ ਕਿਉਂ ਗੱਲ ਕਰ ਰਿਹਾ ਹੈ ਕਿਉਂ ਪਰਮੇਸ਼ਰ ਦਾ ਹੁਕਮ ਤੋੜਨ ਤੋਂ ਬਾਅਦ ਵੀ ਪਰਮੇਸ਼ਰ ਨੇ ਉਸ ਨੂੰ ਬਰਕਤ ਦਿੱਤੀ ਹਾਲੇਲੂਇਆ ਹਾਂਜੀ ਪੜਾਂਗੇ ਹਾਲੇਲੂਇਆ ਹਾਂਜੀ ਉਹ ਬਚਨ ਜਿਹੜਾ ਯਹੋਵਾ ਵੱਲੋਂ ਹਾਂਜੀ ਯਿਰਮੀਆ ਨੂੰ ਹਾਂਜੀ ਯਹੂਦਾ ਦੇ ਬਾਦਸ਼ਾਹ ਯੋਸ਼ੀਆ ਦੇ ਪੁੱਤਰ ਯਹੋਯਾਕੀਮ ਦੇ ਦਿਨਾਂ ਵਿੱਚ ਆਇਆ ਹਾਂਜੀ ਕਿ ਤੂੰ ਰੇਕਾਬੀਆ ਦੇ ਘਰ ਜਾ ਹਾਂਜੀ ਅਤੇ ਉਹਨਾਂ ਨਾਲ ਗੱਲ ਕਰ ਹਾਂਜੀ ਅਤੇ ਉਹਨਾਂ ਨੂੰ ਯਹੋਵਾ ਦੇ ਭਵਨ ਵਿੱਚ ਹਾਂਜੀ ਕਿਸੇ ਕੋਠੜੀ ਵਿੱਚ ਲਿਆ ਹਾਂਜੀ ਅਤੇ ਉਹਨਾਂ ਨੂੰ ਮਦ ਪਿਲਾ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਵਚਨ ਆਪਾਂ ਸੁਣਦੇ ਹਾਂ ਤਾਂ ਕੀ ਪਤਾ ਲੱਗਦਾ ਸਾਨੂੰ ਕਿ ਪਰਮੇਸ਼ਵਰ ਨੇ ਕੀ ਕਿਹਾ ਯਿਰਮੀਆ ਨੂੰ ਜੋ ਯਹੂਦਾ ਦੇ ਪਾਤਸ਼ਾਹ ਯੋਸ਼ੀਆ ਦੇ ਪੁੱਤਰ ਯਹੋਯਾਕੀਮ ਦੇ ਦਿਨਾਂ ਵਿੱਚ ਆਇਆ ਸੀ ਯਿਰਮੀਆ ਨੂੰ ਕੀ ਕਿਹਾ ਪਰਮੇਸ਼ਵਰ ਨੇ ਖੁਦਾ ਨੇ ਕਿ ਜਾ ਰੇਕਾਬੀਆਂ ਦੇ ਘਰਾਣੇ ਵਿੱਚ ਜਾ ਅਤੇ ਉਹਨਾਂ ਨੂੰ ਕਹਿ ਕਿ ਆ ਕੇ ਪਰਮੇਸ਼ਵਰ ਯਹੋਵਾ ਦੇ ਭਵਨ ਦੇ ਵਿੱਚ ਮਦ ਪੀਣ ਮਦ ਨੂੰ ਆਪਾਂ ਕੀ ਕਹਿ ਸਕਦੇ ਹਾਂ ਸ਼ਰਾਬ ਪੀਣ ਹਾਲੇਲੂਇਆ ਪਰ ਪਰਮੇਸ਼ਵਰ ਨੇ ਇਹ ਵਚਨ ਕਿਉਂ ਕਿਹਾ वचन च लिखा प्रभु खुद सानू कहता है कि जड़ी शराब आ जड़ी मैं आ वो लड़ाई की जड़ है वो गलत गल है वो पाप आ पर परमेश्वर इत्थे उन्हां नूं खुद ही कह रहा है कि आओ अते इस चीज़ नूं मेरे भवन दे विच बैठ के पियो हाँ जी अगे ਤਾਂ ਹਫਸਨੀਆ ਦੇ ਪੋਤੇ ਯਿਰਮੀਆ ਦੇ ਪੁੱਤਰ हाँ जी ਯਨਯਾ ਨੂੰ ਅਤੇ ਉਸ ਦੇ ਭਰਾਵਾਂ ਅਤੇ ਉਸ ਦੇ ਸਾਰੇ ਪੁੱਤਰਾਂ ਨੂੰ ਅਤੇ ਰੇਕਾਬੀਆ ਦੇ ਸਾਰੇ ਘਰਾਣੇ ਨੂੰ ਲਿਆ ਹਾਂਜੀ ਅਤੇ ਉਹਨਾਂ ਨੂੰ ਯਹੋਵਾ ਦੇ ਭਵਨ ਵਿੱਚ ਹਾਂਜੀ ਪਰਮੇਸ਼ਵਰ ਦੇ ਇੱਕ ਜਨ ਯਿਗਦਲਿਆ ਦੇ ਪੁੱਤਰ ਹਨਾਨ ਦੇ ਪੁੱਤਰਾਂ ਦੀ ਕੋਠੜੀ ਵਿੱਚ ਲਿਆਂਦਾ ਹਾਂਜੀ ਜਿਹੜੀ ਸਰਦਾਰਾਂ ਦੀ ਕੋਠੜੀ ਦੇ ਲਾਗੇ ਸੀ ਹਾਂਜੀ ਅਤੇ ਜਿਹੜੀ ਸ਼ਲੂਮ ਦੇ ਪੁੱਤਰ ਹਾਂਜੀ ਮਾਸਿਆ ਡਿਉੜੀ ਦੇ ਰਾਖੇ ਦੀ ਕੋਠੜੀ ਦੇ ਉੱਤੇ ਸੀ ਹਾਲੇਲੂਇਆ ਇੱਥੇ ਤੱਕ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਜੋ ਯਿਰਮੀਆ ਹੈਗਾ ਏ ਉਸਨੇ ਕੁਝ ਰੇਕਾਬੀਆਂ ਦੇ ਘਰਾਣੇ ਦੇ ਵਿੱਚੋਂ ਲੋਕਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਭਵਨ ਦੇ ਵਿੱਚ ਇੱਕ ਕੋਠੜੀ ਬਣੀ ਹੋਈ ਸੀਗੀ ਉਸ ਦੇ ਵਿੱਚ ਲੈ ਆਇਆ ਤਾਂ ਹੁਣ ਇੱਥੋਂ ਸਾਨੂੰ ਪਰਮੇਸ਼ਵਰ ਉਹਨਾਂ ਗੱਲਾਂ ਬਾਰੇ ਦੱਸ ਰਿਹਾ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੀ ਤਾਂ ਮੈਂ ਰੇਕਾਬੀਆਂ ਦੇ ਘਰਾਣੇ ਦੇ ਪੁੱਤਰਾਂ ਅੱਗੇ ਤਾਂ ਮੈਂ ਰੇਕਾਬੀਆਂ ਦੇ ਘਰਾਣੇ ਦੇ ਪੁੱਤਰਾਂ ਦੇ ਅੱਗੇ ਮੱਧ ਨਾਲ ਭਰ ਕੇ ਕਟੋਰੇ ਅਤੇ ਹਾਂਜੀ ਕੋਲ ਰੱਖੇ ਅਤੇ ਹਾਂਜੀ ਉਹਨਾਂ ਨੂੰ ਆਖਿਆ ਹਾਂਜੀ ਮੱਧ ਪੀਓ ਹਾਂਜੀ ਪਰ ਉਹਨਾਂ ਆਖਿਆ ਹਾਂਜੀ ਅਸੀਂ ਮੱਧ ਨਹੀਂ ਪੀਵਾਂਗੇ ਹਾਂਜੀ ਜੋ ਤਾਂ ਸਾਡੇ ਪਿਤਾ ਹਾਂਜੀ ਰੇਕਾਬ ਦੇ ਪੁੱਤਰ ਹਾਂਜੀ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ ਸੀ ਹਾਂਜੀ ਕਿ ਸਦਾ ਤੀਕ ਮੱਧ ਨਾ ਪੀਓ ਹਾਂਜੀ ਨਾ ਤੁਸੀਂ ਨਾ ਤੁਹਾਡੇ ਪੁੱਤਰ ਹਾਲੇਲੂਇਆ ਹਾਲੇਲੂਇਆ ਕਹਿੰਦੇ ਇੱਥੇ ਪਰਮੇਸ਼ਵਰ ਨੇ ਆਪਣੇ ਦਾਸ ਯਿਰਮੀਆ ਨੂੰ ਭੇਜਿਆ ਕਿ ਜਾਓ ਜਾ ਉਹਨਾਂ ਕੋਲ ਰੇਕਾਬੀਆਂ ਦੇ ਘਰਾਣੇ ਕੋਲ ਜਾ ਅਤੇ ਉਹਨਾਂ ਨੂੰ ਇਹ ਗੱਲ ਕਹਿ ਕਿ ਯਹੋਵਾ ਤੁਹਾਡਾ ਪਰਮੇਸ਼ਵਰ ਹੈ ਜਿਹੜਾ ਉਹ ਤੁਹਾਡੇ ਲਈ ਇਹ ਹੁਕਮ ਠਹਿਰਾ ਰਿਹਾ ਹੈ ਕਿ ਤੁਸੀਂ ਆਓ ਅਤੇ ਯਹੋਵਾ ਦੇ ਪਰਮੇਸ਼ਵਰ ਦੇ ਭਵਨ ਦੇ ਵਿੱਚ ਆ ਕੇ ਇਸ ਕੋਠੜੀ ਦੇ ਵਿੱਚ ਬੈਠ ਕੇ ਆਪਣੇ ਲਈ ਮਦ ਪੀਓ ਹਾਲੇਲੂਇਆ ਪਰ ਜੋ ਰੇਕਾਬੀ ਨੇ ਉਹ ਕੀ ਕਹਿ ਰਹੇ ਨੇ ਯਿਰਮੀਆ ਨੂੰ ਉਹ ਕਹਿੰਦੇ ਨੇ ਕਿ ਕਿਉਂ ਜੋ ਪਰ ਉਹਨਾਂ ਆਖਿਆ ਅਸੀਂ ਮਦ ਨਹੀਂ ਪੀਵਾਂਗੇ ਕਿਉਂ ਜੋ ਸਾਡੇ ਪਿਤਾ ਰੇਕਾਬ ਦੇ ਪੁੱਤਰ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਸਦਾ ਤੀਕ ਮਦ ਨਾ ਪੀਓ ਨਾ ਤੁਸੀਂ ਨਾ ਤੁਹਾਡੇ ਪੁੱਤਰ ਹਾਲੇਲੂਇਆ ਕੀ ਇੱਥੇ ਪਰਮੇਸ਼ਵਰ ਦੇ ਹੁਕਮ ਨੂੰ ਉਹ ਤੋੜ ਰਹੇ ਨੇ ਹਾਲੇਲੂਇਆ ਕੀ ਅੱਜ ਪਰਮੇਸ਼ਵਰ ਨੇ ਸਾਨੂੰ ਕੁਝ ਪਰਤਾਉਣ ਦੇ ਲਈ ਸਾਨੂੰ ਕੁਝ ਸਮਝਾਉਣ ਦੇ ਲਈ ਕਹਿ ਰਿਹਾ ਹੈ ਕਿ ਅਸੀਂ ਸਾਨੂੰ ਉਹ ਚੀਜ਼ ਮੰਨਣੀ ਚਾਹੀਦੀ ਆ ਹਾਲੇਲੂਇਆ ਪਰ ਇੱਥੇ ਕੀ ਹੋ ਰਿਹਾ ਹੈ ਕਿ ਜੋ ਰੇਕਾਬੀ ਨੇ ਉਹ ਪਰਮੇਸ਼ਵਰ ਦੇ ਹੁਕਮ ਨੂੰ ਤੋੜ ਰਹੇ ਨੇ ਹਾਂਜੀ ਅੱਗੇ ਨਾ ਘਰ ਬਣਾਓ ਨਾ ਬੀਜ ਬੀਜੋ ਨਾ ਅੰਗੂਰੀ ਬਾਗ ਲਾਓ ਨਾ ਆਪਣੇ ਕੋਲ ਰੱਖੋ ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵਸੋ ਹਾਂਜੀ
ਇਸ ਲਈ ਭਾਈ ਤੁਸੀਂ ਉਸ ਭੂਮੀ ਉੱਤੇ ਹਾਂਜੀ। ਬਹੁਤੇ ਦਿਨ ਜਿਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ। ਹਾਲੇਲੂਇਆ। ਹੁਣ ਹਾਲੇਲੂਇਆ। ਇਸ ਗੱਲ ਦੇ ਵਿੱਚ ਸਾਨੂੰ ਸਮਝ ਲੱਗਦਾ ਹੈ, ਨਾ ਘਰ ਬਣਾਉਣਾ, ਨਾ ਬੀਜਣਾ, ਨਾ ਅੰਗੂਰੀ ਬਾਗ ਲਾਉਣੇ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਲਈ ਸਾਰੇ ਦਿਨ ਤੰਬੂਆਂ ਦੇ ਵਿੱਚ ਵਸੋ। ਹਾਲੇਲੂਇਆ। ਕੌਣ ਤੰਬੂਆਂ ਦੇ ਵਿੱਚ ਵਸਦੇ ਨੇ ਅੱਜ ਕੱਲ੍ਹ? ਹਾਲੇਲੂਇਆ। ਜੋ ਅਸੀਂ ਦੇਖਦੇ ਹਾਂ ਗੱਡਿਆਂ ਵਾਲੇ। ਹਾਲੇਲੂਇਆ। ਜੋ ਕਦੇ ਇੱਥੇ ਡੇਰਾ ਲਾਉਂਦੇ ਨੇ, ਕਦੇ ਉੱਥੇ ਡੇਰਾ ਲਾਉਂਦੇ ਨੇ। ਹਾਲੇਲੂਇਆ। ਉਹਨਾਂ ਨੂੰ ਪਰਮੇਸ਼ਵਰ ਹੁਕਮ ਦੇ ਰਿਹਾ ਹੈ, ਉਹ ਗੱਡੇ ਵਾਲਿਆਂ ਨੂੰ ਪਰਮੇਸ਼ਵਰ ਸਾਡੇ ਲਈ ਨਮੂਨਾ ਬਣਾ ਰਿਹਾ ਹੈ। ਕੀ ਬਣਾ ਰਿਹਾ ਹੈ? ਕਿਉਂ ਕਹਿ ਰਿਹਾ ਹੈ? ਉਹ ਪਰਮੇਸ਼ਵਰ ਨੇ ਕਿਹਾ ਕਿ ਮਦ ਪੀਓ ਜਾ ਕੇ ਮੇਰੇ ਭਵਨ ਦੇ ਵਿੱਚ, ਪਰ ਉਹ ਗੱਡੇ ਵਾਲੇ ਕੀ ਕਹਿੰਦੇ ਨੇ ਕਿ ਅਸੀਂ ਨਹੀਂ ਪੀਵਾਂਗੇ। ਕਿਉਂ ਜੋ ਸਾਡੇ ਪਿਤਾ ਨੇ, ਰੇਕਾਬ ਨੇ ਸਾਨੂੰ ਹੁਕਮ ਦਿੱਤਾ ਸੀ, ਨਾ ਤੁਸੀਂ ਮਦ ਪੀਣੀ, ਨਾ ਤੁਹਾਡੇ ਪੁੱਤਰਾਂ ਨੇ, ਨਾ ਤੁਹਾਡੇ ਕਿਸੇ ਜਾਨੇ ਪੀਣੀ, ਨਾ ਤੁਸੀਂ ਆਪਣੇ ਕੋਲ ਰੱਖਣਾ, ਨਾ ਇਕੱਠਾ ਕਰਨਾ, ਕੁਝ ਵੀ ਤੁਸੀਂ ਨਹੀਂ ਕਰਨਾ। ਸਿਰਫ ਤੁਸੀਂ ਜਾਓ ਆਪਣੇ ਤੰਬੂਆਂ ਦੇ ਵਿੱਚ ਵਸੋ ਤੇ ਉੱਥੋਂ ਅਗਲੀ ਥਾਂ ਤੇ ਚਲੇ ਜਾਓ। ਹਾਂਜੀ, ਅੱਗੇ। ਅਸਾਂ ਆਪਣੇ ਪਿਤਾ ਰੇਕਾਬ ਦੇ ਪੁੱਤਰ ਹਾਂਜੀ। ਯੋਨਾਦਾਬ ਦੀ ਆਵਾਜ਼ ਹਾਂਜੀ। ਸਾਰੀਆਂ ਗੱਲਾਂ ਵਿੱਚ ਸੁਣੀ, ਹਾਂਜੀ। ਜਿਸ ਨੇ ਸਾਨੂੰ ਹੁਕਮ ਦਿੱਤਾ ਸੀ ਹਾਂਜੀ। ਕਿ ਆਪਣੇ ਸਾਰੇ ਦਿਨ ਮਦ ਨਾ ਪੀਓ, ਹਾਂਜੀ। ਨਾ ਤੁਸੀਂ, ਹਾਂਜੀ। ਨਾ ਤੁਹਾਡੀਆਂ ਤੀਵੀਆਂ, ਹਾਂਜੀ। ਨਾ ਤੁਹਾਡੇ ਪੁੱਤਰ, ਹਾਂਜੀ। ਨਾ ਤੁਹਾਡੀਆਂ ਧੀਆਂ, ਹਾਂਜੀ। ਨਾ ਵਸਣ ਲਈ ਘਰ ਬਣਾਓ। ਨਾ ਵਸਣ ਲਈ ਘਰ ਬਣਾਓ, ਹਾਂਜੀ। ਅਤੇ ਅਸੀਂ ਨਾ ਬਾਗ, ਨਾ ਖੇਤੀ, ਨਾ ਵੀ ਆਪਣੇ ਕੋਲ ਰੱਖਦੇ ਹਾਂ। ਹਾਂਜੀ। ਅਸੀਂ ਤੰਬੂਆਂ ਵਿੱਚ ਵਸੇ ਹਾਂ, ਹਾਂਜੀ। ਅਤੇ ਅਸਾਂ ਸਭ ਕੁਝ ਉਵੇਂ ਮੰਨਿਆ ਅਤੇ ਕੀਤਾ ਜਿਵੇਂ ਸਾਡੇ ਪਿਤਾ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ। ਹਾਲੇਲੂਇਆ। ਹਾਲੇਲੂਇਆ। ਇਨਸਾਨ ਦਾ ਹੁਕਮ ਉਹਨਾਂ ਦੇ ਲਈ ਜ਼ਰੂਰੀ ਹੋ ਗਿਆ, ਪਰ ਪਰਮੇਸ਼ਵਰ ਦੀ ਆਗਿਆਕਾਰੀ ਕਰਨੀ ਉਹਨਾਂ ਲਈ ਜ਼ਰੂਰੀ ਨਹੀਂ ਸੀਗੀ। ਕਿਉਂ ਨਹੀਂ ਸੀਗੀ? ਕਿ ਪਰਮੇਸ਼ਵਰ ਉਹਨਾਂ ਨਾਲ ਗੁੱਸੇ ਨਹੀਂ ਹੋਣਾ ਚਾਹੀਦਾ ਸੀਗਾ। ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਕਿ ਜਿਹਨੇ ਪਰਮੇਸ਼ਵਰ ਦਾ ਹੁਕਮ ਨਹੀਂ ਮੰਨਿਆ, ਪਰਮੇਸ਼ਵਰ ਨੇ ਉਸ ਨੂੰ ਖਤਮ ਕਰ ਦਿੱਤਾ। ਹਾਲੇਲੂਇਆ। ਕਿਵੇਂ ਦੇਖਦੇ ਹਾਂ ਆਪਾਂ? ਜਦੋਂ ਮੂਸਾ ਦੇ ਟਾਈਮ ਦੇਖਦੇ ਹਾਂ ਤਾਂ ਉੱਥੇ ਉਹਨਾਂ ਨੇ ਆਪਣੇ ਲਈ ਮੂਰਤੀ ਬਣਾਈ, ਪਰ ਪਰਮੇਸ਼ਵਰ ਨੇ ਮੂਰਤੀ ਬਣਾਉਣ ਤੋਂ ਮਨਾ ਕੀਤਾ ਸੀਗਾ। ਉੱਥੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਮਾਰਿਆ। ਹੋਰ ਬਹੁਤ ਥਾਵਾਂ ਦੇ ਉੱਤੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਅਜਿਹੀ ਸਜ਼ਾ ਦਿੱਤੀ ਹੈ ਜਦੋਂ ਉਹਨਾਂ ਨੇ ਪਰਮੇਸ਼ਵਰ ਦੇ ਹੁਕਮ ਦੀ ਨਾਫਰਮਾਨੀ ਕੀਤੀ ਹੈ, ਜਦੋਂ ਪਰਮੇਸ਼ਵਰ ਦੇ ਹੁਕਮਾਂ ਨੂੰ ਨਾ ਮੰਨਿਆ। ਹਾਲੇਲੂਇਆ। ਪਰ ਇੱਥੇ ਜੋ ਰੇਕਾਬ ਦਾ ਘਰਾਣਾ ਹੈ, ਉਹ ਕੀ ਕਹਿ ਰਿਹਾ ਹੈ? ਉਹ ਕਹਿੰਦਾ ਵੇ ਅਸੀਂ ਆਪਣੇ ਪਿਤਾ ਦੀ ਆਗਿਆਕਾਰੀ ਕਰਾਂਗੇ, ਨਾ ਕਿ ਪਰਮੇਸ਼ਵਰ ਦੀ। ਹਾਲੇਲੂਇਆ। ਇਹ ਗੱਲ ਬਹੁਤ ਬੜੀ ਸੀਗੀ। ਕਿਉਂ ਬੜੀ ਸੀਗੀ? ਕਿਉਂ ਜੋ ਸਾਡਾ ਪਰਮੇਸ਼ਵਰ ਜਿਸ ਨੇ ਸਾਨੂੰ ਸਾਜਿਆ। ਸਭ ਤੋਂ ਬੜੀ ਗੱਲ ਇਹ ਹੈ ਕਿ ਜੋ ਰੇਕਾਬ ਦਾ ਘਰਾਣਾ ਹੈ, ਉਹ ਇਸਰਾਇਲ ਦੇ ਘਰਾਣਿਆਂ ਦੇ ਵਿੱਚੋਂ ਇੱਕ ਘਰਾਣਾ ਸੀਗਾ। ਹਾਲੇਲੂਇਆ। ਉਹ ਪਰਮੇਸ਼ਵਰ ਉਹਨਾਂ ਦਾ ਸੀਗਾ, ਉਹ ਲੋਕ ਪਰਮੇਸ਼ਵਰ ਦੇ ਸੀਗੇ, ਪਰ ਫਿਰ ਵੀ ਉਹ ਪਰਮੇਸ਼ਵਰ ਦੇ ਹੁਕਮ ਨੂੰ ਨਾ ਮੰਨ ਰਹੇ ਨੇ। ਹਾਲੇਲੂਇਆ। ਹੁਣ ਆਪਾਂ 12 ਵਚਨ ਤੋਂ ਪੜਾਂਗੇ ਪਰਮੇਸ਼ਵਰ ਫਿਰ ਇੱਥੇ ਕੀ ਕਹਿ ਰਿਹਾ ਹੈ। ਹਾਂਜੀ। ਤਾਂ ਯਹੋਵਾ ਦਾ ਵਚਨ ਯਿਰਮੀਆ ਕੋਲ ਆਇਆ। ਸੁਣੋ ਧਿਆਨ ਨਾਲ ਕਿ ਹੁਣ ਯਹੋਵਾ ਦਾ ਵਚਨ ਯਿਰਮੀਆ ਕੋਲ ਆਇਆ। ਸੈਨਾ ਦਾ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਇਉਂ ਆਖਦਾ ਹੈ ਸੈਨਾ ਦਾ ਯਹੋਵਾ ਇਸਰਾਇਲ ਦਾ ਪਰਮੇਸ਼ਰ ਇਉਂ ਆਖਦਾ ਹੈ ਕਿ ਜਾ ਅਤੇ ਯਹੂਦਾ ਦੇ ਮਨੁੱਖਾਂ ਅਤੇ ਯਹੂਦਾ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਤੂੰ ਆਖ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਤੂੰ ਆਖ ਕਿ ਤੁਸੀਂ ਸਿੱਖਿਆ ਨਾ ਲਓਗੇ, ਕਿ ਤੁਸੀਂ ਸਿੱਖਿਆ ਨਾ ਲਓਗੇ, ਭਾਈ ਮੇਰੀਆਂ ਗੱਲਾਂ ਸੁਣੋਗੇ। ਭਾਈ ਮੇਰੀਆਂ ਗੱਲਾਂ ਸੁਣੋਗੇ। ਹਾਲੇਲੂਇਆ। ਹਾਲੇਲੂਇਆ। ਕੀ ਕਹਿ ਰਿਹਾ ਪਰਮੇਸ਼ਰ ਇੱਥੇ? ਹਾਲੇਲੂਇਆ। ਕਹਿੰਦਾ ਜਾ ਯਹੂਦਾ ਦੇ ਅਤੇ ਇਸਰਾਇਲ ਦੇ। ਇਸਰਾਇਲ ਕੌਣ ਅੱਜ ਦੇ ਦਿਨ ਦੇ ਵਿੱਚ? ਅਸੀਂ ਇਸਰਾਇਲ ਹਾਂ। ਹਾਲੇਲੂਇਆ। ਅਸੀਂ ਪਰਮੇਸ਼ਵਰ ਦੀ ਜਿਉਂਦੀ ਇਸਰਾਇਲ ਹਾਂ। ਪਰਮੇਸ਼ਵਰ ਸਾਡੇ ਕੋਲ ਭੇਜ ਰਿਹਾ ਆਪਣੇ ਦਾਸਾਂ ਨੂੰ, ਆਪਣੇ ਹੁਕਮਾਂ ਨੂੰ, ਕਿ ਜਾ ਉਹਨਾਂ ਨੂੰ ਕਹਿ ਕਿ ਤੁਸੀਂ ਸਿੱਖਿਆ ਨਹੀਂ ਲਵੋਗੇ, ਕਿ ਤੁਸੀਂ ਉਸ ਨੂੰ ਨਹੀਂ ਸਮਝੋਗੇ, ਕਿ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕਰੋਗੇ। ਰੇਕਾਬ ਦੇ ਪੁੱਤਰ ਯੋਨਾਦਾਬ ਦੀਆਂ ਗੱਲਾਂ ਕਾਇਮ ਰੱਖੀਆਂ ਗਈਆਂ, ਜਿਹਨੇ ਆਪਣੇ ਪੁੱਤਰਾਂ ਨੂੰ ਹੁਕਮ ਦਿੱਤਾ ਸੀ ਕਿ ਮਦ ਨਾ ਪੀਣੀ। ਉਹ ਅੱਜ ਦੇ ਦਿਨ ਤੱਕ ਮਦ ਨਹੀਂ ਪੀਤੀ, ਕਿਉਂ ਜੋ ਉਹਨਾਂ ਆਪਣੇ ਪਿਤਾ ਦਾ ਹੁਕਮ ਮੰਨਿਆ। ਮੈਂ ਤੁਹਾਡੇ ਨਾਲ ਗੱਲ ਕੀਤੀ, ਸਗੋਂ ਯਤਨ ਨਾਲ ਗੱਲ ਕੀਤੀ, ਪਰ ਤੁਸੀਂ ਮੇਰੀ ਨਾ ਸੁਣੀ। ਕੀ ਇੱਥੇ ਪਰਮੇਸ਼ਰ ਸਾਨੂੰ ਸਿਖਾ ਰਿਹਾ ਹੈ? ਹਾਲੇਲੂਇਆ। ਕੀ ਪਰਮੇਸ਼ਰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਉਹ ਸਾਡਾ ਬਾਪ ਆ, ਅਸੀਂ ਕਹਿ ਦਿੰਦੇ ਹਾਂ, ਬਹੁਤ ਉਛਲ ਕੇ ਕਹਿੰਦੇ ਹਾਂ, ਮੈਂ ਵੀ ਕਹਿਣਾ, ਸਾਰੇ ਕਹਿੰਦੇ ਆ ਕਿ ਹਾਂ ਸਾਡਾ ਜਿੰਦਾ ਪਿਤਾ ਹੈ, ਸਾਡਾ ਜਿੰਦਾ ਖੁਦਾ ਹੈ, ਸਾਡਾ ਜਿੰਦਾ ਪਰਮੇਸ਼ਵਰ ਹੈ। ਉਹ ਕਹਿੰਦਾ ਰੇਕਾਬ ਦੇ ਵੱਲ ਬੜਾ ਧਿਆਨ ਕਰੋ। ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਨੂੰ ਕਾਇਮ ਰੱਖਿਆ ਹੈ। ਉਸਨੇ ਮਦ ਪੀਣ ਤੋਂ ਮਨਾ ਕੀਤਾ ਸੀਗਾ। ਉਹ ਮੇਰੇ ਹੁਕਮ ਦੀ ਵੀ ਨਾਫਰਮਾਨੀ ਕਰ ਰਹੇ ਨੇ, ਪਰ ਮੇਰਾ ਡਰ, ਮੇਰਾ ਭੈ, ਮੇਰਾ ਪਿਆਰ ਤੁਹਾਡੇ ਜੀਵਨ ਦੇ ਵਿੱਚ ਕਿੱਥੇ ਆ? ਹਾਲੇਲੂਇਆ। ਵਚਨ ਕੀ ਲਿਖਿਆ? ਉਹਨਾਂ ਨੇ ਮਦ ਨਹੀਂ ਪੀਤੀ, ਕਿਉਂ ਜੋ ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ। ਮੈਂ ਤੁਹਾਡੇ ਨਾਲ ਗੱਲ ਕੀਤੀ। ਖੁਦਾ ਕਹਿੰਦਾ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ, ਸਗੋਂ ਯਤਨ ਨਾਲ ਕੀਤੀ, ਪਰ ਤੁਸੀਂ ਮੇਰੀ ਨਾ ਸੁਣੇ। ਕੀ ਪਰਮੇਸ਼ਰ ਸਾਨੂੰ ਸਮਝਾਉਣਾ ਚਾਹੁੰਦਾ ਹੈ?
ਸਾਨੂੰ ਪਰਮੇਸ਼ਵਰ ਦੀ ਗੱਲ ਮੰਨਣੀ ਜ਼ਰੂਰੀ ਆ। ਅੱਗੇ ਲਿਖਿਆ, ਤਾਂ ਮੈਂ ਆਪਣੇ ਸਾਰੇ ਦਾਸਾਂ ਨੂੰ, ਆਪਣੇ ਨਬੀਆਂ ਨੂੰ ਤੁਹਾਡੇ ਕੋਲ ਘੱਲਿਆ, ਸਗੋਂ ਯਤਨ ਨਾਲ ਘੱਲਿਆ ਅਤੇ ਆਖਿਆ ਕਿ ਹਰ ਮਨੁੱਖ ਆਪਣੇ ਬੁਰੇ ਮਾਰਗ ਤੋਂ ਮੁੜੇ ਅਤੇ ਆਪਣੇ ਕਰਤੱਵਾਂ ਨੂੰ ਠੀਕ ਕਰੇ ਅਤੇ ਦੂਜਿਆਂ ਦੇਵਤਿਆਂ ਦੇ ਪਿੱਛੇ ਨਾ ਚੱਲੇ, ਕੋਈ ਉਹਨਾਂ ਦੀ ਪੂਜਾ ਕਰੋ, ਤਾਂ ਤੁਸੀਂ ਉਸ ਭੂਮੀ ਵਿੱਚ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪਿਓ ਦਾਦਿਆਂ ਨੂੰ ਦਿੱਤੀ ਵਸੋਗੇ। ਪਰ ਨਾ ਤੁਸੀਂ ਆਪਣਾ ਕੰਨ ਲਾਇਆ ਅਤੇ ਮੇਰੀ ਨਾ ਸੁਣੀ। ਹਾਲੇਲੂਇਆ। ਕਿੱਡੇ ਕਿੱਡੇ ਪਰਮੇਸ਼ਵਰ ਦੇ ਵਾਅਦੇ ਨੇ। ਕੀ ਅੱਜ ਤੁਹਾਡੇ ਕੋਲ ਗੱਡੀਆਂ ਨਹੀਂ ਹੈਗੀਆਂ? ਹੈਗੀਆਂ ਨੇ। ਕੀ ਤੁਹਾਡੇ ਕੋਲ ਅੱਜ ਮੋਟਰਸਾਈਕਲ ਨਹੀਂ ਹੈਗੇ? ਹੈਗੇ ਨੇ। ਕੀ ਤੁਹਾਡੇ ਕੋਲ ਬੱਚੇ ਨਹੀਂ ਹੈਗੇ? ਹੈਗੇ ਨੇ। ਕੀ ਤੁਹਾਡੇ ਕੋਲ ਅਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਇਹ ਗੱਲ ਅੰਦਰੋਂ ਅੰਦਰੋਂ ਖਾਵੇ ਕਿ ਇਹ ਚੀਜ਼ ਮੇਰੇ ਕੋਲ ਨਹੀਂ ਹੈਗੀ? ਪਰਮੇਸ਼ਵਰ ਨੇ ਤੁਹਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਵਾਈ ਆ, ਹਰ ਇੱਕ ਚੀਜ਼ ਦਿੱਤੀ ਆ। ਖੁਦਾ ਨੇ ਤੁਹਾਨੂੰ, ਮੈਨੂੰ ਦਿੱਤੀ ਆ ਹਰ ਇੱਕ ਚੀਜ਼। ਪਰਮੇਸ਼ਵਰ ਨੇ ਹਰ ਇੱਕ ਗੁਣ ਪਰਮੇਸ਼ਵਰ ਨੇ ਦਿੱਤਾ ਹੈ। ਸਾਡੇ ਹੱਥਾਂ ਦੇ ਬਰਕਤ ਦਿੱਤੀ ਆ, ਸਾਡੇ ਆਲੇ ਦੁਆਲੇ ਆਪਣੇ ਦੂਤਾਂ ਦੀ ਵਾੜ ਲਗਾ ਰੱਖੀ ਆ। ਫਿਰ ਅਸੀਂ ਪਰਮੇਸ਼ਵਰ ਦੀ ਗੱਲ ਨੂੰ ਕਿਉਂ ਨਹੀਂ ਮੰਨਦੇ? ਹਾਲੇਲੂਇਆ। ਅੱਗੇ ਪੜ੍ਹ ਕੇ ਆਪਾਂ ਨੂੰ ਇੱਕ ਬਹੁਤ ਵਧੀਆ ਗੱਲ ਆਏਗੀ। ਹੁਣ 16 ਵਚਨ 'ਚ ਲਿਖਿਆ ਹੈ, ਰੇਕਾਬ ਦੇ ਪੁੱਤਰ ਯੋਨਾਦਾਬ ਦੇ ਪੁੱਤਰਾਂ ਨੇ ਤਾਂ ਆਪਣੇ ਪਿਤਾ ਦਾ ਹੁਕਮ ਕਾਇਮ ਰੱਖਿਆ, ਪਰ ਇਹਨਾਂ ਲੋਕਾਂ ਨੇ ਮੇਰਾ ਹੁਕਮ ਨਾ ਮੰਨਿਆ। ਉਹ ਇਨਸਾਨ ਹੋ ਕੇ ਇੱਕ ਇਨਸਾਨ ਦਾ ਹੁਕਮ ਨੂੰ ਕਾਇਮ ਰੱਖ ਸਕਦੇ ਨੇ, ਤੇ ਅਸੀਂ ਇਨਸਾਨ ਹੋ ਕੇ ਆਪਣੇ ਪਰਮੇਸ਼ਵਰ ਦਾ ਹੁਕਮ ਕਾਇਮ ਨਹੀਂ ਰੱਖ ਸਕਦੇ। ਹਾਲੇਲੂਇਆ। ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਵਾਂ ਇੱਕੋ ਗੱਲ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਵਚਨ 'ਚ ਲਿਖਿਆ ਹੈ ਕਿ ਇਹ ਮੇਰਾ ਆਕੀ ਘਰਾਣਾ ਹੈ। ਹਾਲੇਲੂਇਆ। ਪਰਮੇਸ਼ਵਰ ਕਹਿੰਦਾ ਤੁਹਾਡਾ ਕੰਮ ਇੱਕ ਵਾਰ ਬੋਲਣਾ ਹੈ, ਤੁਹਾਡਾ ਕੰਮ ਇੱਕ ਵਾਰ ਕਹਿਣਾ ਹੈ। ਇਹ ਮੰਨਣ ਜਾਂ ਨਾ ਮੰਨਣ ਉਹ ਇਹਨਾਂ ਤੇ ਡਿਪੈਂਡ ਕਰਦਾ ਹੈ। ਕਿਉਂ ਜੋ ਉਹਨਾਂ ਨੇ ਤਾਂ ਪਰਮੇਸ਼ਵਰ ਦੀ ਨਹੀਂ ਸੁਣੀ ਹੈਗੀ, ਤਾਂ ਅੱਜ ਮੇਰੇ ਕਹਿਣ ਦੇ ਉੱਤੇ ਤੁਸੀਂ ਕਿਵੇਂ ਪਰਮੇਸ਼ਵਰ ਦੀ ਸੁਣ ਲਓਗੇ? ਉਦੋਂ ਹੀ ਸੁਣੋਗੇ ਜਦੋਂ ਪਰਮੇਸ਼ਵਰ ਦਾ ਡਰ, ਪਰਮੇਸ਼ਵਰ ਦਾ ਪਿਆਰ ਔਰ ਪਰਮੇਸ਼ਵਰ ਦਾ ਰਹਿਮ ਤੁਹਾਡੇ ਉੱਤੇ ਹੋਵੇਗਾ। ਹਾਲੇਲੂਇਆ। ਮੈਂ ਜਿੰਨਾ ਮਰਜ਼ੀ ਤੁਹਾਨੂੰ ਕੁਝ ਕਹੀ ਜਾਵਾਂ ਕਿ ਇਹ ਕੰਮ ਨਹੀਂ ਕਰਨਾ, ਇਹ ਕੰਮ ਨਹੀਂ ਕਰਨਾ, ਇਹ ਕੰਮ ਨਹੀਂ ਕਰਨਾ, ਇਹ ਕੰਮ ਕਰਨਾ ਹੈ, ਇਹ ਕੰਮ ਕਰਨਾ ਹੈ, ਇਹ ਕੰਮ ਕਰਨਾ ਹੈ, ਪਰ ਤੁਸੀਂ ਨਹੀਂ ਸੁਣੋਗੇ। ਕਿਉਂ ਨਹੀਂ ਸੁਣੋਗੇ? ਕਿਉਂਕਿ ਤੁਹਾਡੇ ਵਿੱਚੋਂ ਖੁਦਾ ਦਾ ਡਰ ਹੀ ਨਹੀਂ ਹੈਗਾ, ਤਾਂ ਮੇਰਾ ਜਾਂ ਪਰਮੇਸ਼ਵਰ ਦੇ ਦਾਸ ਦਾ ਕੀ ਡਰ ਹੋਏਗਾ? ਹਾਲੇਲੂਇਆ। ਸੋ ਮੇਰਾ ਕੰਮ ਆ, ਪਰਮੇਸ਼ਵਰ ਦਾਸ ਦਾ ਕੰਮ ਇੱਕ ਹੈਗਾ ਹੈ ਕਿ ਤੁਹਾਨੂੰ ਇੱਕ ਵਾਰ ਕਹਿ ਦੇਣਾ, ਉਸ ਨੂੰ ਮੰਨਣਾ ਜਾਂ ਨਾ ਮੰਨਣਾ ਤੁਹਾਡੇ ਉੱਤੇ ਆ। ਜਿਸ ਤਰ੍ਹਾਂ ਰੇਕਾਬੀਆਂ ਦੇ ਬਾਰੇ ਹੁਣ ਆਪਾਂ ਅੱਗੇ ਪੜਾਂਗੇ, ਉਹਨਾਂ ਨੂੰ ਪਰਮੇਸ਼ਵਰ ਨੇ ਬਰਕਤ ਦਿੱਤੀ ਅਤੇ ਆਪਣੇ ਇਸਰਾਇਲ ਨੂੰ ਛੱਡ ਦਿੱਤਾ। ਹਾਂਜੀ, ਪੜਾਂਗੇ ਆਪਾਂ ਅੱਗੇ। ਇਸ ਲਈ ਹਾਂਜੀ, ਯਹੋਵਾ ਸੈਨਾ ਦਾ ਪਰਮੇਸ਼ਵਰ ਹਾਂਜੀ, ਅਤੇ ਇਜ਼ਰਾਈਲ ਦਾ ਪਰਮੇਸ਼ਵਰ ਐਂ ਫਰਮਾਉਂਦਾ ਹੈ। ਪਰਮੇਸ਼ਵਰ ਇਹ ਗੱਲ ਕਹਿ ਰਿਹਾ ਹੈ, ਕੋਈ ਇਨਸਾਨ ਨਹੀਂ ਇਹ ਗੱਲ ਨਹੀਂ ਕਹਿ ਰਿਹਾ, ਕੋਈ ਯਿਰਮੀਆ ਇਹ ਗੱਲ ਨਹੀਂ ਕਹਿ ਰਿਹਾ, ਮੈਂ ਇਹ ਗੱਲ ਨਹੀਂ ਕਹਿ ਰਿਹਾ, ਪ੍ਰਭੂ ਦਾ ਦਾਸ ਇਹ ਗੱਲ ਨਹੀਂ ਕਹਿ ਰਿਹਾ, ਭਾਈ ਰਿੱਕੀ ਜੀ ਇਹ ਗੱਲ ਨਹੀਂ ਕਹਿ ਰਹੇ, ਪਰ ਪਰਮੇਸ਼ਵਰ ਖੁਦ ਇਹ ਗੱਲ ਸਾਨੂੰ ਬੋਲ ਰਿਹਾ ਹੈ। ਵੇਖ ਮੈਂ ਯਹੂਦਾ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਉੱਤੇ ਉਹ ਸਾਰੀ ਬੁਰਾਈ ਜਿਹੜੀ ਮੈਂ ਉਹਨਾਂ ਦੇ ਵਿਰੁੱਧ ਆਖੀ ਹੈ ਲੈ ਆਵਾਂਗਾ। ਕਿਉਂ ਜੋ ਮੈਂ ਉਹਨਾਂ ਨਾਲ ਗੱਲ ਕੀਤੀ ਪਰ ਉਹਨਾਂ ਨੇ ਸੁਣੀ ਨਹੀਂ। ਮੈਂ ਉਹਨਾਂ ਨੂੰ ਪੁਕਾਰਿਆ ਪਰ ਉਹਨਾਂ ਉੱਤਰ ਨਾ ਦਿੱਤਾ। ਹਾਲੇਲੂਇਆ। ਕੀ ਕਹਿ ਰਿਹਾ ਪਰਮੇਸ਼ਵਰ? ਕੀ ਤੁਸੀਂ ਉਹ ਬੁਰਾਈ ਪਰਮੇਸ਼ਵਰ ਤੋਂ ਪਵਾਉਣਾ ਚਾਹੁੰਦੇ ਹੋ? ਮੇਰਾ ਇੱਕ ਦੋਸਤ ਆ, ਉਹਦੇ ਨਾਲ ਕਿਸੇ ਨੇ ਬਹੁਤ ਮਾੜਾ ਕੀਤਾ, ਪੈਸੇ ਦਾ ਵੀ ਘਾਟਾ ਪਿਆ, ਉਸਨੂੰ ਜ਼ਿੰਦਗੀ ਦੇ ਵਿੱਚ ਬਹੁਤ ਘਾਟਾ ਪਿਆ। ਉਹ ਮੈਨੂੰ ਖੁਦ ਕਹਿ ਰਿਹਾ ਹੈ, ਕਹਿੰਦਾ ਵੀ ਸੁਖਜੀਤ ਤੂੰ ਪ੍ਰਾਰਥਨਾ ਕਰ ਕਿ ਉਹਨੇ ਰੱਬ ਕਿਹਾ, ਆਪਾਂ ਪਰਮੇਸ਼ਵਰ ਕਹਿੰਦੇ ਆ, ਪ੍ਰਭੂ 'ਚ ਨਹੀਂ ਹੈਗਾ ਉਹ। ਕਹਿੰਦਾ ਤੂੰ ਪ੍ਰਾਰਥਨਾ ਕਰ ਕਿ ਪਰਮੇਸ਼ਵਰ ਸਾਰੀਆਂ ਗੱਲਾਂ ਉਹਦੇ ਮੂਹਰੇ ਲੈ ਕੇ ਆਵੇ। ਪਰਮੇਸ਼ਵਰ ਜੋ ਰੱਬ ਹੈ ਉਸ ਨੂੰ ਮਾਰੇ, ਉਸ ਨੂੰ ਦੱਸੇ ਪਤਾ ਕਿ ਉਸਨੇ ਮੇਰੇ ਨਾਲ ਕਿੱਡਾ ਗਲਤ ਕੀਤਾ। ਮੈਂ ਕਿਹਾ ਵੀ ਅਸੀਂ ਅਜਿਹਾ ਨਹੀਂ ਕਰ ਸਕਦੇ। ਜੇ ਮੈਂ ਪ੍ਰਾਰਥਨਾ ਕਰੂੰਗਾ ਵੀ ਖੁਦਾ ਨੇ ਮੇਰੀ ਪ੍ਰਾਰਥਨਾ ਨਹੀਂ ਸੁਣਨੀ ਹੈਗੀ। ਹਾਲੇਲੂਇਆ। ਸਾਨੂੰ ਇੱਕ ਗੱਲ ਪਰਮੇਸ਼ਵਰ ਨੇ ਕਹੀ ਹੈ ਕਿ ਤੁਹਾਡਾ ਕੰਮ ਮਾਫ ਕਰਨਾ ਹੈ, ਸਜ਼ਾ ਦੇਣਾ ਉਸ ਨੂੰ ਮੇਰਾ ਕੰਮ ਹੈ। ਹਾਲੇਲੂਇਆ। ਤੇ ਤੂੰ ਉਸ ਨੂੰ ਮਾਫ ਕਰ, ਤਾਂ ਪਰਮੇਸ਼ਵਰ ਜੋ ਸਾਡਾ ਜਿੰਦਾ ਖੁਦਾ ਹੈ ਉਹ ਉਸ ਤੋਂ ਬਦਲਾ ਜ਼ਰੂਰ ਲਵੇਗਾ ਜੇ ਤੇਰੇ ਨਾਲ ਸੱਚਮੁੱਚ ਉਸਨੇ ਬਹੁਤ ਮਾੜਾ ਕੀਤਾ ਹੈ। ਹਾਲੇਲੂਇਆ। ਕਿਉਂ ਪਰਮੇਸ਼ਵਰ ਇਹ ਗੱਲ ਕਹਿ ਰਿਹਾ ਹੈ ਕਿ ਮੈਂ ਤੁਹਾਡਾ ਬਦਲਾ ਲਵਾਂਗਾ? ਅਸੀਂ ਜੇ ਮੇਰੀ ਕਿਸੇ ਨਾਲ ਝਗੜਾ ਹੋ ਗਿਆ, ਮੈਂ 2 ਥੱਪੜ ਮਾਰ ਦੂੰਗਾ, ਮੈਂ 2 ਗਾਲਾਂ ਕੱਢ ਲੂੰਗਾ, ਮੈਂ ਉਸਦੀ ਗੱਡੀ ਭੰਨ ਦੂੰਗਾ, ਮੈਂ ਮੋਟਰਸਾਈਕਲ ਭੰਨ ਦੂੰਗਾ, ਵੱਧ ਤੋਂ ਵੱਧ ਕੀ ਹੋ ਜਾਊਗਾ? ਪਰ ਜਦੋਂ ਪਰਮੇਸ਼ਵਰ ਦੇ ਹੱਥ ਦੇ ਵਿੱਚ ਉਹ ਇਨਸਾਨ ਪੈ ਗਿਆ, ਤਾਂ ਤੁਸੀਂ ਸੋਚੋ ਬੱਚੇ 'ਚ ਕੀ ਲਿਖਿਆ ਹੈ ਕਿ ਪਰਮੇਸ਼ਵਰ ਯਹੋਵਾ ਦੇ ਹੱਥ ਪੈਣਾ ਭਿਆਨਕ ਹੈ। ਭਿਆਨਕ ਸ਼ਬਦ ਕੋਈ ਛੋਟਾ ਜਿਹਾ ਸ਼ਬਦ ਨਹੀਂ ਹੈਗਾ, ਬੇਸ਼ੱਕ 4 ਅੱਖਰਾਂ ਦਾ ਸ਼ਬਦ ਆ, ਹੈ ਨਾ, ਪਰ ਜਦੋਂ ਇਸ ਦਾ ਅਸੀਂ ਮੀਨਿੰਗ ਸਮਝਦੇ ਹਾਂ ਬਹੁਤ ਜ਼ਿਆਦਾ ਬੜਾ ਹੈ।
ਉਸਦੇ ਹੱਥ ਵਿੱਚ ਪੈਣਾ ਬਹੁਤ ਜ਼ਿਆਦਾ ਬੜੀ ਗੱਲ ਹੈ। ਇੱਥੇ ਵੀ ਇਹੀ ਗੱਲ ਪਰਮੇਸ਼ਰ ਸਾਨੂੰ ਕਹਿ ਰਿਹਾ ਕਿ ਜੇ ਅਸੀਂ ਪਰਮੇਸ਼ਰ ਦੇ ਹੁਕਮ ਦੀ ਨਾਫਰਮਾਨੀ ਕਰ ਰਹੇ ਹਾਂ, ਅਸੀਂ ਉਸ ਦੀਆਂ ਗੱਲਾਂ ਨਹੀਂ ਸੁਣ ਰਹੇ, ਤਾਂ ਉਹ ਕਹਿੰਦਾ ਕਿ ਉਹ ਸਾਰੀਆਂ ਬੁਰਾਈਆਂ ਤੁਹਾਡੇ ਉੱਤੇ ਲੈ ਕੇ ਆਵਾਂਗੇ ਜਿਹੜੀਆਂ ਮੈਂ ਤੁਹਾਡੇ ਲਈ ਕਹੀਆਂ ਨੇ। ਕੀ ਅਸੀਂ ਉਹਨਾਂ ਬੁਰਾਈਆਂ ਨੂੰ ਸਹਿਣ ਦੇ ਕਾਬਿਲ ਹਾਂ? ਕੀ ਸਾਡਾ ਸਰੀਰ ਉਹਨਾਂ ਬੁਰਾਈਆਂ ਨੂੰ ਸਹਿ ਸਕਦਾ ਹੈ? ਕੀ ਸਾਡੀ ਆਤਮਾ ਫਿਰ ਸੁਖੀ ਰਹੇਗੀ ਉਹਨਾਂ ਬੁਰਾਈਆਂ ਨੂੰ ਸਹਿ ਕੇ? ਅੱਗੇ ਪੜਾਂਗੇ ਆਪਾਂ। ਰੇਕਾਬੀਆਂ ਦੇ ਘਰਾਣੇ ਨੂੰ ਯਿਰਮੀਆ ਨੇ ਆਖਿਆ, ਸੈਨਾ ਦਾ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਇਹੋ ਆਖਦਾ ਹੈ। ਇੱਥੇ ਵੀ ਪਰਮੇਸ਼ਰ ਰੇਕਾਬੀਆਂ ਨੂੰ ਕਹਿ ਰਿਹਾ ਹੈ, ਯਿਰਮੀਆ ਨਹੀਂ ਬੋਲ ਰਿਹਾ, ਯਿਰਮੀਆ ਦਾ ਵਚਨ ਨਹੀਂ ਹੈ, ਇਹ ਕਿਸੇ ਦਾ ਵਚਨ ਨਹੀਂ ਹੈ, ਪਰ ਪਰਮੇਸ਼ਰ ਆਪਣੇ ਦਾਸ ਦੇ ਦੁਆਰਾ ਕਹਿ ਰਿਹਾ ਹੈ ਕਿ ਜਾ ਕੇ ਉਹਨਾਂ ਨੂੰ ਕਿਹਾ ਹੈ, ਕੀ ਕਹਿਣਾ ਹੈ? ਇਸ ਲਈ ਜੋ ਤੁਸੀਂ ਆਪਣੇ ਪਿਤਾ ਯੋਨਾਦਾਬ ਦਾ ਹੁਕਮ ਮੰਨਿਆ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਉਹ ਸਭ ਕੁਝ ਕੀਤਾ ਜਿਸ ਦਾ ਉਸਨੇ ਤੁਹਾਨੂੰ ਹੁਕਮ ਦਿੱਤਾ ਸੀ, ਇਸ ਲਈ ਸੈਨਾ ਦਾ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਇਹੋ ਆਖਦਾ ਹੈ ਕਿ ਸਾਰੇ ਦਿਨਾਂ ਤੀਕ ਮੇਰੇ ਸਨਮੁਖ ਖੜੇ ਹੋਣ ਲਈ ਰੇਕਾਬ ਦੇ ਪੁੱਤਰ ਯੋਨਾਦਾਬ ਲਈ ਮਨੁੱਖ ਦੀ ਥੋੜ ਨਾ ਹੋਵੇਗੀ। ਹਾਲੇਲੂਇਆ, ਹਾਲੇਲੂਇਆ। ਕੀ ਕਹਿੰਦਾ ਪਰਮੇਸ਼ਰ? ਕਹਿੰਦਾ ਮੈਂ ਜਾ ਕੇ ਰੇਕਾਬੀਆਂ ਨੂੰ ਕਹਿ, ਉਹਨਾਂ ਨੂੰ ਦੱਸ ਕਿ ਮੈਂ ਅੱਜ ਤੁਹਾਨੂੰ ਬਰਕਤ ਦੇਣ ਜਾ ਰਿਹਾ ਹਾਂ। ਕੀ ਬਰਕਤ ਦਿੱਤੀ ਪਰਮੇਸ਼ਵਰ ਨੇ? ਉਹ ਕਹਿੰਦਾ ਵੇ ਤੁਹਾਡੇ ਰੇਕਾਬੀਆਂ ਦੇ ਘਰਾਣੇ ਵਿੱਚੋਂ ਯਹੋਵਾ ਦੇ ਅੱਗੇ ਖੜਨ ਦੇ ਲਈ ਕਦੇ ਵੀ ਮਨੁੱਖਾਂ ਦੀ ਘਾਟ ਨਾ ਹੋਵੇਗੀ। ਕੀ ਸਮਝਦੇ ਹਾਂ ਅਸੀਂ ਇਸ ਚੀਜ਼ ਨੂੰ? ਪਰਮੇਸ਼ਵਰ ਉਹਨਾਂ ਦੀ ਜ਼ਿੰਦਗੀ ਲੰਬੀ ਕਰੇਗਾ, ਪਰਮੇਸ਼ਵਰ ਉਹਨਾਂ ਨੂੰ ਬੱਚਿਆਂ ਦੀ ਦਾਤ ਦੇਵੇਗਾ। ਹਾਲੇਲੂਇਆ। ਪਰਮੇਸ਼ਵਰ ਉਹਨਾਂ ਨੂੰ ਵਧਾਵੇਗਾ। ਸ਼ੁਰੂ ਚ ਕੀ ਦੇਖਿਆ ਹੈ ਕਿ ਖੁਦਾ ਦਾ ਵਚਨ ਉਹਨਾਂ ਨੇ ਤੋੜਤਾ। ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਵੀ ਪਰਮੇਸ਼ਰ ਦਾ ਵਚਨ ਤੋੜੋ। ਹਾਲੇਲੂਇਆ। ਸਾਨੂੰ ਇੱਥੇ ਵਚਨ ਦੇ ਆਪਾਂ ਸਟਾਰਟਿੰਗ ਚ ਪੜ੍ਹਦੇ ਆ ਨਾ, ਬਾਈਬਲ ਜਿਨ੍ਹਾਂ ਕੋਲ ਹੈਗੀ ਉਹ ਪੜ੍ਹਨ। ਰੇਕਾਬੀਆਂ ਦਾ ਨਮੂਨਾ ਖੁਦਾ ਨੇ ਸਾਡੇ ਲਈ ਇਹ ਨਮੂਨਾ ਠਹਿਰਾਇਆ ਸੀਗਾ। ਕਿਸੇ ਦੀ ਇੰਨੀ ਤਾਕਤ ਨਹੀਂ ਹੈਗੀ ਕਿ ਉਹ ਪਰਮੇਸ਼ਰ ਦੇ ਹੁਕਮ ਨੂੰ ਨਾ ਮੰਨੇ, ਕਿਸੇ ਦੀ ਇੰਨੀ ਜ਼ਰੂਰਤ ਨਹੀਂ ਹੈਗੀ ਕਿ ਉਹ ਪਰਮੇਸ਼ਰ ਦੇ ਹੁਕਮਾਂ ਨੂੰ ਤੋੜ ਦੇਵੇ। ਪਰ ਸਾਡੇ ਲਈ ਜੋ ਅੱਜ ਅਸੀਂ ਇੱਥੇ ਜਿਉਂਦੇ ਖੜੇ ਆ, ਪਰਮੇਸ਼ਰ ਨੇ ਇੱਕ ਨਮੂਨਾ ਠਹਿਰਾਇਆ ਸੀਗਾ ਵੀ ਤੁਸੀਂ ਮੇਰੀ ਆਗਿਆਕਾਰੀ ਨੂੰ ਕਿਉਂ ਨਹੀਂ ਮੰਨ ਰਹੇ। ਹਾਲੇਲੂਇਆ। ਮੇਰੇ ਜੀਓ, ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਆਪਣੀ ਆਗਿਆਕਾਰੀ ਪਾਏਗਾ। ਮੇਰਾ ਕੰਮ ਆ, ਪ੍ਰਭੂ ਦੇ ਦਾਸ ਦਾ ਕੰਮ ਆ, ਸਾਡਾ ਕੰਮ ਹੈ ਕਿ ਤੁਹਾਨੂੰ ਇੱਕ ਵਾਰ ਦੱਸਣਾ। ਹਾਲੇਲੂਇਆ। ਪਰ ਜੇ ਮੈਂ ਕਹਾਂ ਕਿ ਤੁਸੀਂ ਮੇਰੇ ਕਹੇ ਦੇ ਮੁਤਾਬਿਕ ਜਾਓਗੇ ਤਾਂ ਹੀ ਤੁਸੀਂ ਸਵਰਗ ਪਹੁੰਚੋਗੇ, ਕਦੇ ਨਹੀਂ ਪਹੁੰਚ ਸਕਦੇ। ਮੇਰੀਆਂ ਆਗਿਆਵਾਂ ਦੇ ਉੱਤੇ ਮੰਨੋ, ਮੇਰੀਆਂ ਆਗਿਆਵਾਂ ਤੇ ਚੱਲੋਗੇ, ਫਿਰ ਤੁਸੀਂ ਸਵਰਗ ਜਾਓਗੇ, ਕਦੀ ਨਹੀਂ ਜਾਓਗੇ। ਇਸ ਵਚਨ ਦੇ ਵਿੱਚੋਂ ਜੇ ਤੁਸੀਂ ਸਮਝੋਗੇ ਤੇ ਇਸ ਵਚਨ ਦੇ ਉੱਤੇ ਚੱਲੋਗੇ ਤਾਂ ਤੁਸੀਂ ਸਵਰਗ ਜਾ ਸਕਦੇ ਹੋ। ਮੇਰੇ ਕਹਿਣ ਨਾਲ ਕਿ ਜੇ ਤੁਸੀਂ ਇਸ ਵਚਨ ਨੂੰ ਨਾ ਮੰਨਿਆ ਤੁਸੀਂ ਨਰਕ ਚਲੇ ਜਾਓਗੇ, ਨਹੀਂ ਜਾ ਸਕਦੇ। ਕਿਉਂ? ਕਿਉਂਕਿ ਤੁਸੀਂ ਇਸ ਵਚਨ ਨੂੰ ਪੜ੍ਹਦੇ ਹੋ। ਜੇ ਵਚਨ ਤੁਹਾਡੇ ਜੀਵਨ ਦੇ ਵਿੱਚ ਹੋਏਗਾ ਤਾਂ ਤੁਹਾਨੂੰ ਸਵਰਗ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਪਰਮੇਸ਼ਵਰ ਨੂੰ ਪਾਉਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਪਰ ਜੇ ਤੁਹਾਡੇ ਜੀਵਨ ਦੇ ਵਿੱਚ ਵਚਨ ਨਹੀਂ ਹੈਗਾ, ਉਸ ਦੀ ਆਗਿਆਕਾਰੀ ਨਹੀਂ ਹੈਗੀ, ਖੁਦਾ ਦੀ ਆਗਿਆਕਾਰੀ ਨਹੀਂ ਹੈਗੀ, ਉਸ ਦੇ ਹੁਕਮ ਨਹੀਂ ਹਨ, ਫਿਰ ਜਿੰਨਾ ਮਰਜ਼ੀ ਮੈਂ ਤੁਹਾਨੂੰ ਕਹੀ ਜਾਵਾਂ ਕਿ ਤੁਸੀਂ ਸਵਰਗ ਜਾਓਗੇ, ਪਿਤਾ ਨੂੰ ਮਿਲੋਗੇ, ਕਦੇ ਨਹੀਂ ਮਿਲੋਗੇ। ਇਹ ਵਹਿਮ ਆ ਸਾਡੇ ਜੀਵਨ ਦਾ। ਕਿਉਂ? ਜੋ ਅਸੀਂ ਸੁਣੀਆਂ ਗੱਲਾਂ ਉੱਤੇ ਵਿਸ਼ਵਾਸ ਕਰਦੇ ਹਾਂ, ਨਾ ਕਿ ਅਸੀਂ ਵਚਨ ਨੂੰ ਪੜ੍ਹਦੇ ਹਾਂ। ਵਚਨ ਨੂੰ ਪੜ੍ਹਨਾ ਜ਼ਰੂਰੀ ਆ, ਵਚਨ ਦੇ ਉੱਤੇ ਚੱਲਣਾ ਜ਼ਰੂਰੀ ਆ, ਵਚਨ ਨੂੰ ਸਮਝਣਾ ਜ਼ਰੂਰੀ ਆ। ਹਾਲੇਲੂਇਆ। ਅੱਜ ਮੈਂ ਤੁਹਾਨੂੰ ਕਹਿ ਰਿਹਾ ਹਾਂ, ਮੰਨ ਲਓ ਕਿ ਮੈਂ ਪਾਸਟਰ ਹਾਂ, ਮੰਨਣ ਦੀ ਗੱਲ ਆ, ਖੁਦਾ ਨੇ ਮੈਨੂੰ ਇਹ ਸੇਵਾ ਨਹੀਂ ਦਿੱਤੀ। ਮੈਂ ਤੁਹਾਨੂੰ ਕਹਿ ਰਿਹਾ ਹਾਂ, ਪ੍ਰੀਚ ਕਰ ਰਿਹਾ ਚਰਚ ਵਿੱਚ ਖੜਾ ਹੋ ਕੇ ਕਿ ਚਲੋ ਅੱਜ ਆਪਾਂ ਚੋਰੀ ਕਰਨੀ ਆ। ਕਿੰਨੇ ਜਾਣੇ ਜਾਣਗੇ? ਹਾਲੇਲੂਇਆ। ਕਿਉਂ ਨਹੀਂ ਜਾਓਗੇ? ਮੈਂ ਤੁਹਾਡਾ ਪਾਸਟਰ ਹਾਂ, ਤੁਸੀਂ ਮੇਰੀ ਆਗਿਆਕਾਰੀ ਤੋੜੋਗੇ? ਕਿੱਥੋਂ ਪਤਾ ਲੱਗਿਆ ਕਿ ਚੋਰੀ ਕਰਨਾ ਗੁਨਾਹ ਹੈ? ਵਚਨ ਚੋਂ। ਹਾਲੇਲੂਇਆ। ਤੁਹਾਨੂੰ ਵਚਨ ਸਿਖਾ ਰਿਹਾ, ਨਾ ਕਿ ਮੈਂ ਸਿਖਾ ਰਿਹਾ ਹਾਂ। ਹਾਲੇਲੂਇਆ। ਪਰਮੇਸ਼ਵਰ ਦੇ ਦਾਸ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਆ, ਪਰ ਜੋ ਆਗਿਆਕਾਰੀ ਸਾਨੂੰ ਪਰਮੇਸ਼ਵਰ ਦਿੰਦਾ ਉਸ ਨੂੰ ਮੰਨਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਅੱਜ ਮੈਂ ਕਹਿ ਰਿਹਾ ਕਿ ਚਲੋ ਅੱਜ ਅਸੀਂ ਜਾ ਕੇ ਉਹ ਨਾਲ ਦੇ ਸਾਡੇ ਗਵਾਂਢੀ ਨੇ, ਉਹਨਾਂ ਦਾ ਜੋ ਸਮਾਨ ਪਿਆ ਅਸੀਂ ਚੱਕ ਲਿਆਉਣੇ, ਕਿਹੜਾ ਤੁਰੂਗਾ ਮੇਰੇ ਨਾਲ? ਕੋਈ ਨਹੀਂ ਤੁਰੂਗਾ। ਕਿਉਂ ਨਹੀਂ ਤੁਰੂਗਾ? ਕਿਉਂਕਿ ਤੁਸੀਂ ਇਸ ਵਚਨ ਦੇ ਵਿੱਚੋਂ ਪੜ੍ਹ ਚੁੱਕੇ ਹੋ ਕਿ ਚੋਰੀ ਕਰਨਾ ਪਾਪ ਆ, ਗੁਨਾਹ ਹੈ। ਗਵਾਂਢੀ ਦੀ ਚੀਜ਼ ਦੀ ਲਾਲਸਾ ਕਰਨਾ ਪਾਪ ਆ, ਗੁਨਾਹ ਹੈ, ਪਰਮੇਸ਼ਵਰ ਦੀ ਅਣਆਗਿਆਕਾਰੀ ਆ। ਫਿਰ ਜਦੋਂ ਪਰਮੇਸ਼ਵਰ ਦੀ ਆਗਿਆਕਾਰੀ ਤੁਸੀਂ ਜਾਣਦੇ ਹੋ, ਤੁਹਾਨੂੰ ਪਤਾ ਹੈ, ਫਿਰ ਕਿਉਂ ਉਸ ਦੀ ਨਾਫਰਮਾਨੀ ਕਰਦੇ ਹਾਂ ਅਸੀਂ?
ਕਿਉਂ ਉਸਦੇ ਵਚਨਾਂ ਨੂੰ ਨਹੀਂ ਸਮਝਦੇ, ਕਿਉਂ ਉਸਦੀਆਂ ਆਗਿਆਕਾਰੀਆਂ ਤੇ ਨਹੀਂ ਚੱਲਦੇ। ਹਾਲੇਲੂਇਆ। ਕਦੇ ਵੀ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੈ, ਮੈਨੂੰ ਨਹੀਂ ਪਤਾ ਤੁਹਾਨੂੰ ਇਹ ਗੱਲ ਕਿਵੇਂ ਲੱਗੇਗੀ, ਪਰ ਮੈਂ ਇੱਕ ਗੱਲ ਹਮੇਸ਼ਾ ਕਹਿਣਾ ਹੈ, ਕਦੇ ਵੀ ਸੁਣੀ ਸੁਣਾਈ ਗੱਲ ਉੱਤੇ ਭਰੋਸਾ ਨਾ ਕਰੋ। ਜੋ ਇਹ ਵਚਨ ਕਹਿੰਦਾ ਹੈ ਨਾ, ਹਮੇਸ਼ਾ ਉਸ ਤੇ ਭਰੋਸਾ ਕਰੋ। ਮੇਰੀਆਂ ਗੱਲਾਂ ਨੇ ਤੁਹਾਨੂੰ ਸਵਰਗ ਲੈ ਕੇ ਨਹੀਂ ਜਾਣਾ, ਮੈਂ ਇੱਧਰੋਂ ਸੁਣਾਉਂਗਾ, ਮੈਂ ਉੱਧਰੋਂ ਸੁਣਾਉਂਗਾ, ਨਹੀਂ। ਇਸ ਵਚਨ ਨੇ ਤੁਹਾਨੂੰ ਸਵਰਗ ਲੈ ਕੇ ਜਾਣਾ ਹੈ। ਕਿਹਨੇ ਕਿਹਨੇ ਸਵਰਗ ਜਾਣਾ ਹੈ? ਹਾਲੇਲੂਇਆ। ਬਹੁਤ ਘੱਟ ਲੋਕ ਨੇ ਜੋ ਖੁਦੇ ਸੋਚੀ ਬੈਠੇ ਨੇ ਕਿ ਸਵਰਗ ਨਹੀਂ ਜਾਵਾਂਗੇ। ਕਿਹਨੇ ਕਿਹਨੇ ਸਵਰਗ ਜਾਣਾ ਹੈ? ਕਿਵੇਂ ਜਾਵਾਂਗੇ? ਮੇਰੀਆਂ ਗੱਲਾਂ ਸੁਣ ਕੇ, ਵਚਨ ਨੂੰ ਸੁਣ ਕੇ, ਉਹ ਨਮੂਨੇ ਨੂੰ ਸਮਝ ਕੇ ਕਿ ਉਹ ਇਨਸਾਨ ਦੀ ਗੱਲ ਮੰਨ ਰਹੇ ਨੇ ਤੇ ਅਸੀਂ ਸਾਡੇ ਜਿਉਂਦੇ ਪਰਮੇਸ਼ਵਰ ਦੀ ਗੱਲਾਂ ਨਹੀਂ ਮੰਨ ਰਹੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਾਨੂੰ ਨਹੀਂ ਮੰਨਣੀਆਂ ਚਾਹੀਦੀਆਂ ਪਰਮੇਸ਼ਵਰ ਦੀਆਂ ਗੱਲਾਂ। ਮੇਰੇ ਅਜ਼ੀਜ਼ੋ, ਅੱਜ ਵਚਨ ਤੁਹਾਨੂੰ ਇਹ ਪੜ੍ਹਾਇਆ ਹੈ, ਯਿਰਮੀਆ ਦੀ ਕਿਤਾਬ 35 ਦੇ ਆਏ ਆ, ਘਰ ਜਾ ਕੇ ਪੜ੍ਹ ਲਿਓ। ਜੇ ਇੱਕ ਵੀ ਗੱਲ ਮੈਂ ਇੱਧਰੋਂ ਕਹੀ ਹੋਵੇ ਤਾਂ ਬਿਲਕੁਲ ਨਾ ਮੰਨਣਾ, ਇਸ ਵਚਨ ਨੂੰ ਮੰਨੋ। ਇਸ ਵਚਨ ਨੇ ਹੀ ਤੁਹਾਡੇ ਜੀਵਨ 'ਚ ਸਭ ਕੁਝ ਕਰਨਾ ਹੈ। ਗੱਲਾਂ ਮਾਰਨ ਨੂੰ ਮੇਰੇ ਕੋਲ ਬਹੁਤ ਗੱਲਾਂ ਨੇ, ਮੈਂ ਬਹੁਤ ਗੱਲਾਂ ਮਾਰ ਸਕਦਾ, 2-2 ਘੰਟੇ 3-3 ਘੰਟੇ ਖੜ ਕੇ ਉਹਦੇ ਤੁਹਾਡੇ ਨਾਲ ਗੱਲਾਂ ਮਾਰ ਸਕਦਾ ਇੱਧਰ ਉੱਧਰ ਦੀਆਂ, ਪਰ ਨਹੀਂ, ਕੀ ਫਾਇਦਾ ਉਹਨਾਂ ਗੱਲਾਂ ਦਾ। ਅੱਜ ਇੱਥੇ ਤੁਸੀਂ ਆਏ ਹੋ ਤਾਂ ਪਰਮੇਸ਼ਵਰ ਦੇ ਵਿੱਚੋਂ ਕੁਝ ਲੈ ਕੇ ਜਾਓ। ਇਸ ਵਚਨ ਨੂੰ ਲੈ ਕੇ ਜਾਓ, ਆਰਾਧਨਾ ਨੂੰ ਲੈ ਕੇ ਜਾਓ, ਪਵਿੱਤਰ ਆਤਮਾ ਦਾ ਅਭਿਸ਼ੇਕ ਲੈ ਕੇ ਜਾਓ, ਪ੍ਰਭੂ ਦੇ ਦਾਸ ਦਾ ਵਚਨ ਲੈ ਕੇ ਜਾਓ ਜੋ ਤੁਹਾਨੂੰ ਦੇ ਰਿਹਾ ਹੈ। ਪਰਮੇਸ਼ਵਰ ਨਾਲ ਗੱਲ ਕਰਦਾ ਹੈ। ਅਸੀਂ ਆਉਂਦੇ ਹਾਂ, ਬੈਠਦੇ ਹਾਂ, ਮੁੜ ਜਾਂਦੇ ਹਾਂ, ਕੀ ਫਾਇਦਾ ਇੰਨੇ ਦੂਰੋਂ ਆਉਣ ਦਾ। ਪਰਮੇਸ਼ਵਰ ਨੇ ਸਾਨੂੰ ਜੋ ਹੁਕਮ ਦਿੱਤਾ ਹੈ ਉਸ ਨੂੰ ਮੰਨਣਾ ਬਹੁਤ ਜ਼ਿਆਦਾ ਜ਼ਰੂਰੀ ਆ। ਰਕਾਬੀਆਂ ਦੇ ਕੋਲ ਕੁਝ ਨਹੀਂ ਹੈਗਾ। ਤੁਸੀਂ ਦੇਖ ਲਓ ਗੱਡੇ ਵਾਲਿਆਂ ਨੂੰ, ਉਹਨਾਂ ਕੋਲ ਗੱਡੀਆਂ ਹੈਗੀਆਂ ਜੋ ਤੁਹਾਡੇ ਕੋਲ ਪਰਮੇਸ਼ਵਰ ਨੇ ਦਿੱਤੀ ਆ। ਸਾਨੂੰ i20 ਬਾਈ ਉਹਨਾਂ ਨੂੰ ਦਿੱਤੀ ਆ, ਇਨੋਵਾ, ਕਿਸੇ ਨੂੰ ਕੋਈ ਗੱਡੀ, ਕਿਸੇ ਨੂੰ ਕੋਈ ਹੈਗੀ ਆ। ਇੰਨੇ ਸੋਹਣੇ ਸੋਹਣੇ ਸਾਡੇ ਕੋਲ ਪਰਮੇਸ਼ਵਰ ਨੇ ਸਾਨੂੰ ਘਰ ਦਿੱਤੇ ਨੇ, ਉਹਨਾਂ ਕੋਲ ਹੈਗੇ ਨੇ, ਉਹ ਤੰਬੂਆਂ 'ਚ ਵੱਸਦੇ ਨੇ। ਫਿਰ ਵੀ ਉਹ ਤੰਬੂਆਂ 'ਚ ਵੱਸ ਕੇ ਵੀ ਪਰਮੇਸ਼ਵਰ ਤੋਂ ਬਰਕਤ ਪਾ ਗਏ, ਤੇ ਅਸੀਂ ਸਾਰੀਆਂ ਬਰਕਤਾਂ ਲੈ ਕੇ ਵੀ ਪਰਮੇਸ਼ਵਰ ਤੋਂ ਬਰਕਤ ਨਹੀਂ ਪਾ ਰਹੇ, ਸਗੋਂ ਤੇ ਅਸੀਂ ਉਹ ਸਜ਼ਾ ਲੈ ਰਹੇ ਹਾਂ ਜੋ ਪਰਮੇਸ਼ਵਰ ਨੇ ਸਾਨੂੰ ਕਿਹਾ ਹੈ। ਹਾਲੇਲੂਇਆ। ਮੇਰੇ ਅਜ਼ੀਜ਼ੋ, ਸਮਝਣ ਦੀ ਲੋੜ ਆ। ਬਾਰ-ਬਾਰ ਮੈਂ ਇੱਕ ਗੱਲ ਕਹਿ ਰਿਹਾ ਹਾਂ, ਅੱਗੇ ਪਤਾ ਨਹੀਂ ਖੁਦਾ ਕਦ ਟਾਈਮ ਦੇਏਗਾ ਬੋਲਣ ਦਾ। ਪਰਮੇਸ਼ਵਰ ਦੀਆਂ ਗੱਲਾਂ ਸੁਣਨੀਆਂ ਜ਼ਰੂਰੀ ਨੇ। ਬੇਸ਼ੱਕ ਮੈਂ ਤੁਹਾਨੂੰ ਗੱਲਾਂ ਕਹੀਆਂ ਨੇ, ਵਚਨ ਜੋ ਕਹੀਆਂ ਤਾਂ ਜ਼ਰੂਰ ਸੁਣੋ। ਕਿਉਂ? ਕਿਉਂਕਿ ਵਚਨ ਸੁਣਾਇਆ ਹੈ, ਮੈਂ ਕੋਈ ਆਪਣੀ ਗੱਲਾਂ ਤੁਹਾਨੂੰ ਨਹੀਂ ਸੁਣਾਈਆਂ। ਹਾਲੇਲੂਇਆ। ਸਾਨੂੰ ਵਚਨ ਦੀ ਸਮਝ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਵਚਨ ਹੀ ਨਹੀਂ ਪਤਾ ਤਾਂ ਤੁਸੀਂ ਮੇਰੇ ਪਿੱਛੇ ਲੱਗ ਜਾਓਗੇ। ਹਾਲੇਲੂਇਆ। ਕੀ ਮੇਰੇ ਪਿੱਛੇ ਲੱਗ ਕੇ ਸਵਰਗ ਜਾ ਵੜੋਗੇ? ਕੀ ਉਸ ਜਿੰਦਾ ਖੁਦਾ ਨੂੰ ਪਾ ਲੋਗੇ? ਨਹੀਂ ਪਾ ਸਕਦੇ। ਮੇਰੀਆਂ ਗੱਲਾਂ ਮੰਨ ਕੇ ਕਦੇ ਵੀ ਤੁਸੀਂ ਉਸ ਪਰਮੇਸ਼ਵਰ ਨੂੰ ਨਹੀਂ ਪਾ ਸਕਦੇ। ਹਾਂ, ਜੇ ਉਹ ਗੱਲਾਂ ਵਚਨ ਦੇ ਵਿੱਚੋਂ ਨੇ, ਖੁਦਾ ਦੇ ਇਸ ਕਲਾਮ ਦੇ ਵਿੱਚੋਂ ਨੇ, ਤਾਂ ਜ਼ਰੂਰ ਤੁਹਾਨੂੰ ਉਹਨਾਂ ਨੂੰ ਸਮਝਣ ਦੀ ਲੋੜ ਆਵੇ, ਕਿਉਂ ਪਰਮੇਸ਼ਵਰ ਦੇ ਦਾਸ ਨੇ ਜਾਂ ਕਿਉਂ ਪਰਮੇਸ਼ਵਰ ਨੇ ਸਾਡੇ ਨਾਲ ਇਹ ਗੱਲ ਕੀਤੀ ਆ। ਹਾਲੇਲੂਇਆ। ਜਦ ਤੁਸੀਂ ਇਹ ਚੀਜ਼ ਸਮਝਦੇ ਹੋ ਕਿ ਮੈਂ ਤੁਹਾਨੂੰ ਚੋਰੀ ਕਰਨ ਲਈ ਕਹਿ ਰਿਹਾ, ਤੁਸੀਂ ਮੇਰੇ ਨਾਲ ਨਹੀਂ ਤੁਰੋਗੇ, ਮੈਂ ਤੁਹਾਨੂੰ ਜਨਾਹ ਕਰਨ ਲਈ ਕਹਿ ਰਿਹਾ, ਮੇਰੇ ਨਾਲ ਤੁਸੀਂ ਨਹੀਂ ਜਾਓਗੇ, ਮੈਂ ਤੁਹਾਨੂੰ ਕਿਸੇ ਗਵਾਂਢੀ ਚੀਜ਼ ਚੱਕਣ ਨੂੰ ਕਹਿ ਰਿਹਾ, ਤੁਸੀਂ ਨਹੀਂ ਚੱਕੋਗੇ, ਮੈਂ ਤੁਹਾਨੂੰ ਮੂਰਤੀ ਪੂਜਾ ਕਰਨ ਦੀ ਗੱਲ ਕਹਿ ਰਿਹਾ, ਤੁਸੀਂ ਨਹੀਂ ਕਰੋਗੇ। ਆਲਰੇਡੀ ਤੁਹਾਨੂੰ ਪਤਾ ਹੈ ਕਿ ਇਹ ਚੀਜ਼ਾਂ ਪਰਮੇਸ਼ਵਰ ਨੇ ਮਨਾ ਕੀਤੀਆਂ ਨੇ, ਤੁਹਾਨੂੰ ਉਸਦੇ ਹੁਕਮ ਪਤਾ ਹੈ, ਫਿਰ ਮੰਨਣ ਦੇ ਵਿੱਚ ਕੀ ਪ੍ਰੋਬਲਮ ਆ। ਹਾਲੇਲੂਇਆ। ਅਸੀਂ ਮੰਨਦੇ ਨਹੀਂ ਹਾਂ ਪਰਮੇਸ਼ਵਰ ਦੀਆਂ ਗੱਲਾਂ ਨੂੰ। ਜੇ ਅਸੀਂ ਨਹੀਂ ਮੰਨਾਂਗੇ ਤਾਂ ਖੁਦਾ ਦੇ ਵਚਨ ਦੇ ਮੁਤਾਬਿਕ ਉਹ ਬਿਮਾਰੀਆਂ, ਉਹ ਦੁੱਖ, ਉਹ ਤਕਲੀਫਾਂ ਸਾਡੇ ਉੱਤੇ ਆਉਂਦੀਆਂ ਰਹਿਣਗੀਆਂ। ਰਕਾਬ ਦੇ ਘਰਾਣੇ ਦਾ ਨਮੂਨਾ ਸਮਝੀਏ ਅਸੀਂ, ਕਿਉਂ ਪਰਮੇਸ਼ਵਰ ਦੇ ਹੁਕਮ ਨੂੰ ਤੋੜ ਕੇ ਵੀ ਪਰਮੇਸ਼ਵਰ ਤੋਂ ਬਰਕਤ ਪਾ ਗਏ। ਕਿਉਂ ਪਾ ਗਏ? ਕਿਉਂਕਿ ਉਹਨਾਂ ਨੇ ਇੱਕ ਆਪਣੇ ਬਾਪ ਦੀ ਗੱਲ ਨੂੰ ਫੜ ਕੇ ਰੱਖਿਆ ਹੈ। ਸਾਨੂੰ ਪਰਮੇਸ਼ਵਰ ਇਹੀ ਗੱਲ ਕਹਿ ਰਿਹਾ ਕਿ ਮੈਂ ਤੁਹਾਡਾ ਬਾਪ ਹਾਂ, ਮੈਂ ਤੁਹਾਡਾ ਪਿਤਾ, ਫਿਰ ਮੇਰਾ ਆਦਰ ਕਿੱਥੇ ਆ, ਮੇਰਾ ਡਰ ਕਿੱਥੇ ਆ, ਮੇਰੇ ਹੁਕਮਾਂ ਦੀ ਪਾਲਣਾ ਕਿੱਥੇ ਆ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਖੁਦਾ ਦੇ ਹੁਕਮਾਂ ਦੀ ਪਾਲਣਾ ਕਰੀਏ, ਨਾ ਕਿ ਕਿਸੇ ਇਨਸਾਨ ਦੇ ਹੁਕਮਾਂ ਦੀ ਪਾਲਣਾ ਕਰੀਏ। ਉਹ ਨਮੂਨਾ ਸੀਗਾ, ਅਸੀਂ ਅੱਜ ਨਮੂਨੇ ਨਹੀਂ ਆ। ਸਾਡੀ ਜ਼ਿੰਦਗੀ ਆ। ਹਾਲੇਲੂਇਆ। ਸ਼ਾਇਦ ਅਸੀਂ ਆਉਣ ਵਾਲੇ ਸਮੇਂ ਵਿੱਚ ਜਦੋਂ ਪਰਮੇਸ਼ਵਰ ਦੁਆਰਾ ਇਸ ਧਰਤੀ ਨੂੰ ਬਣਾਏਗਾ, ਸ਼ਾਇਦ ਸਾਡੇ ਲਈ ਵੀ ਇੱਕ ਪ੍ਰਭੂ ਐਵੇਂ ਵਚਨ ਦੇਏਗਾ। ਹਾਲੇਲੂਇਆ। ਸੋ ਆਪਣੇ ਆਪ ਨੂੰ ਪਰਮੇਸ਼ਵਰ ਲਈ ਤਿਆਰ ਕਰਨਾ। ਸੋ ਅੱਖਾਂ ਨੂੰ ਬੰਦ ਕਰਾਂਗੇ ਆਪਾਂ।
धन्यवाद पिता परमेश्वर, तेरा शुक्र, तेरी महिमा, तेरी विदाई करदा पिता परमेश्वर इस वचन के लिए खुदा जो तुम मैंने दसा प्रभु मैं बोलिया तेरा धन्यवाद करते हैं खुदा। मैं अपने भैनों के और अपने भरावां के जीवन में प्रभु तेरे हत्थों में सौंपदा प्रभु, इन्होंने जीवनों खोल प्रभु, उन्होंने जो पिता परमेश्वर दिल की मिट्टी है खुदा उसनू उपजाऊ बना खुदा, तां जो वचन बीजा जाए खुदा 100 गुना फल लैके आए मेरे पिता परमेश्वर। ये वचन प्रभु खाली ना जाए पिता परमेश्वर, उपजाऊ जमीन वाला वचन बन जाए प्रभु। हालेलुया प्रभु। यिर्मयाह की किताब के लिखा है कि तू बोल, तू ना डर, मैं तेरे नाल हाँ खुदा। सचमुच प्रभु उस वचन के मुताबिक मैं बोलिया तेरा धन्यवाद करते हैं प्रभु। बाकी तरह समा थोड़े दास के हत्थों में सौंपते हैं। साडी प्रार्थना सुन लई तेरा धन्यवाद। प्रार्थना मंग लेंगे अपने प्यारे मुक्तिदाता प्रभु यीशु मसीह के सामर्थ्य बरकत और मिठे नाम दे, आमीन।